हाँ जी, गुड मॉर्निंग स्टूडेंट्स। गुड मॉर्निंग सर। ਅੱਜ ਆਪਾਂ ਐਰੇਜ਼ ਦਾ ਕਰਾਂਗੇ। ਐਰੇਜ਼ ਤੁਹਾਨੂੰ ਡੇਟਾ ਸਟਰਕਚਰਸ ਦੇ ਵਿੱਚ ਵੀ ਕਰਵਾਏ ਹੋਏ ਹਨ, ਪਰ ਐਰੇਜ਼ ਨੂੰ ਇੰਪਲੀਮੈਂਟ ਕਿਸ ਤਰ੍ਹਾਂ ਕਰਨਾ ਹੈ that we'll discuss today. Let's create a new project for this. ਕੁਛ ਇੱਕ ਬੱਚਿਆਂ ਦੀ ਕੱਲ ਪ੍ਰੋਬਲਮਸ ਆ ਰਹੀਆਂ ਸੀ, ਉਹ ਵੀ ਡਿਸਕਸ ਕਰ ਲੈਂਦੇ ਆ। ਜਿਹੜੇ ਬੱਚੇ 2015 ਦੇ ਵਿੱਚ ਕੰਮ ਕਰ ਰਹੇ ਨੇ ਵਿਜ਼ੂਅਲ ਸਟੂਡੀਓ 2015 ਦੇ ਵਿੱਚ, ਉੱਥੇ ਇੱਕ ਸਟੇਟਮੈਂਟ ਲਿਖੀ ਆਂਦੀ ਹੈ stdafx.h ਇੰਕਲੂਡ ਕਰਨ ਲਈ। ਇਸ ਨੂੰ ਹਟਾਣਾ ਨਹੀਂ ਹੈ, ਲੈਟ ਇਟ ਬੀ देयर, ਰਾਈਟ। ਇਹ ਸਟੈਂਡਰਡ ਫਰੇਮਵਰਕ ਕੰਟਰੋਲਸ ਲਈ ਹੁੰਦੀ ਹੈ। ਹਾਂਜੀ, ਕੌਮਿਆਂ ਦੇ ਵਿੱਚ ਆਏ, ਕੌਮਿਆਂ 'ਚ ਰੱਖਣਾ ਕਿਵੇਂ ਲਿਖਣਾ ਜੀ? ਜਿਸ ਤਰ੍ਹਾਂ ਹੈ ਉਸਨੂੰ ਉਸ ਤਰ੍ਹਾਂ ਹੀ ਰਹਿਣ ਦਿਓ, ਛੇੜਨਾ ਨਾ, ਉਸਨੂੰ ਡਿਲੀਟ ਨਹੀਂ ਕਰਨੀ, ਰਾਈਟ। ਉਸ ਦੇ ਵਿੱਚ ਆਈਓ ਸਟ੍ਰੀਮ ਇੰਕਲੂਡ ਕਰ ਲੈਣਾ। ਇੱਥੇ ਲਿਖ ਲੈਣਾ ਯੂਜ਼ਿੰਗ ਨੇਮ ਸਪੇਸ std। ਇਸ ਦਾ ਮੀਨਿੰਗ ਵੀ ਮੈਂ ਤੁਹਾਨੂੰ ਦੱਸੂੰਗਾ ਕਿਆ ਹੈ, ਲੇਟਰ ਔਨ ਤੁਹਾਡੇ ਸਿਲੇਬਸ ਵਿੱਚ ਵੀ ਹੈ, ਇਸ ਨੂੰ ਬਾਅਦ ਚ ਡਿਸਕਸ ਕਰਾਂਗੇ। ਉਸ ਤੋਂ ਬਾਅਦ ਸੀ ਇਨ ਸੀ ਆਊਟ ਯੂਜ਼ ਕਰ ਲੈਣਾ। ਇਹ ਇੱਕ ਦੋ ਚੇਂजेस हैं ਜਿਹੜੇ ਕਰ ਲੈਣੇ ਹੈ। ਇੱਕ ਹੋਰ ਪ੍ਰੋਬਲਮ ਬੱਚਿਆਂ ਨੇ ਫੇਸ ਕੀਤੀ ਸੀ ਕੁਛ ਇੱਕ ਨੇ, ਕਿ ਆਊਟਪੁੱਟ ਡਿਸਪਲੇ ਨਹੀਂ ਹੁੰਦੀ ਜਾਂ ਡਿਸਪਲੇ ਹੋ ਕੇ ਇੱਕਦਮ ਹਟ ਜਾਂਦੀ ਹੈ, ਤਾਂ ਉਸ ਲਈ ਤੁਸੀਂ ਇੱਥੇ ਸਿਸਟਮ ਪੌਜ਼ ਲਿਖ ਲੈਣਾ। that should be the last statement। ਇਹ ਰਿਟਰਨ ਤੋਂ ਵੀ ਪਹਿਲਾਂ ਲਿਖਣੀ ਹੈ, ਰਿਟਰਨ ਤੋਂ ਪਹਿਲਾਂ ਲਿਖਣੀ ਹੈ। ਅਗਰ ਤੁਹਾਡੇ ਸਿਸਟਮ ਦੇ ਵਿੱਚ ਰਿਟਰਨ ਲਿਖਿਆ ਆ ਰਿਹਾ ਹੈ ਤਾਂ ਰਿਟਰਨ ਤੋਂ ਪਹਿਲਾਂ ਲਿਖਣੀ ਹੈ ਸਿਸਟਮ ਪੌਜ਼। ਇੱਕ ਤਾਂ ਉਹਨੇ ਸ਼ਾਇਦ ਰਿਟਰਨ ਤੋਂ ਬਾਅਦ ਲਿਖੀ ਸੀ। ਅਗਰ ਰਿਟਰਨ ਹੋ ਗਿਆ ਇਟ ਮੀਨਸ ਤੁਸੀਂ ਫੰਕਸ਼ਨ ਚੋਂ ਬਾਹਰ ਆ ਗਏ, ਪ੍ਰੋਗਰਾਮ ਚੋਂ ਬਾਹਰ ਆ ਗਏ, ਇਹ ਚਲੇਗਾ ਨਹੀਂ। ਸਿਸਟਮ ਪੌਜ਼ ਦਾ ਮਤਲਬ ਹੈ ਉਹ ਪ੍ਰੋਗਰਾਮ ਵੇਟ ਕਰੇਗਾ ਜਦ ਤੱਕ ਕਿ ਤੁਸੀਂ ਕੋਈ ਕੀ ਪ੍ਰੈਸ ਨਹੀਂ ਕਰ ਦਿੰਦੇ। मैं ਤੁਹਾਨੂੰ ਦਿਖਾ ਵੀ ਦੇਣਾ, ਇਸ ਦਾ ਰਿਸਪੌਂਸ ਵੀ ਲਿਖਿਆ ਆਏਗਾ, press any key to continue, something like that will be there। ਇਹ ਦੇਖੋ press any key to continue, ਤੁਸੀਂ ਪ੍ਰੈਸ ਕਰੋਗੇ ਉਸ ਤੋਂ ਬਾਅਦ ਅੱਗੇ ਪ੍ਰੋਗਰਾਮ ਚੱਲੇਗਾ। ਇਹ 2015 ਜਿਹੜੇ ਯੂਜ਼ ਕਰ ਰਹੇ ਆ ਵਿਜ਼ੂਅਲ ਸਟੂਡੀਓ ਐਕਸਪ੍ਰੈਸ 2015, ਉਹਨਾਂ ਨੂੰ ਇਹ ਪ੍ਰੋਬਲਮ ਆਏਗੀ, ਤਾਂ ਇਹ ਕਰ ਲੈਣਾ। ਇਜ਼ ਇਟ ਕਲੀਅਰ? ਇੱਕ ਹੋਰ ਪ੍ਰੋਬਲਮ ਆ ਜੀ, ਹਾਂਜੀ ਬੋਲੋ। ਜਦੋਂ ਜਿਵੇਂ ਪ੍ਰੋਗਰਾਮ 'ਚ ਕੋਈ ਐਰਰ ਆ ਗਈ, ਉਹ ਜਦੋਂ ਆਪਾਂ ਉਹਦੇ ਕੰਸੋਲ ਉਹ ਕਰਦੇ ਮਤਲਬ ਕੰਪਾਈਲ, ਤਾਂ ਪੁਰਾਣੇ ਪ੍ਰੋਗਰਾਮ ਦਾ ਹੀ ਉਹ ਆਊਟਪੁੱਟ ਦਿਖਾ ਦਿੰਦਾ ਜੀ। ਹਾਂ ਬੱਚੇ ਉਸਨੂੰ ਨਾ ਰੀਬਿਲਡ ਕਰ ਲਿਆ ਕਰੋ, ਇੱਥੇ ਜਾ ਕੇ ਇੱਥੇ ਰੀਬਿਲਡ ਸੋਲਿਊਸ਼ਨ ਕਰਿਆ ਕਰੋ, ਓਕੇ। ਅਗਰ ਕੋਈ ਸਿੰਟੈਕਸ ਐਰਰ ਹੋਏਗੀ, ਉਹ ਜਦੋਂ ਸਿੰਟੈਕਸ ਐਰਰ ਆਏਗੀ ਤਾਂ ਉਹ ਤੁਹਾਨੂੰ ਕਹੇਗਾ ਕਿ ਪੁਰਾਣਾ ਪ੍ਰੋਗਰਾਮ ਜਿਹੜਾ ਪਹਿਲਾਂ ਬਿਲਡ ਕਰਿਆ ਵਾ ਉਸੇ ਨੂੰ ਚਲਾ ਦਿਓ। ਜੇ ਤੁਸੀਂ ਯੈਸ ਕਰ ਦੋਗੇ ਤਾਂ ਪੁਰਾਣਾ ਪ੍ਰੋਗਰਾਮ ਹੀ ਚਲਾਏਗਾ। ਸਿੰਟੈਕਸ ਐਰਰ ਨੂੰ ਰਿਮੂਵ ਕਰਿਆ ਕਰੋ, ਉਸ ਤੋਂ ਬਾਅਦ ਚਲਾਇਆ ਕਰੋ। ਓਕੇ ਚਲੋ ਲੈਟਸ ਸਟਾਰਟ ਵਿਦ ਟੁਡੇਜ਼ ਕਲਾਸ। ਹਾਂ ਐਰੇਜ਼ ਡਿਸਕਸ ਕਰਨੇ ਹੈ ਸਰ ਜਿਹੜਾ ਫੋਨ ਵਾਲਾ ਲਿੰਕ ਹੈ ਉਹਦੀ ਆਉਟਪੁੱਟ ਨਹੀਂ ਆਉਂਦੀ। ਜਿਹੜਾ ਫੋਨ ਵਾਲਾ ਲਿੰਕ ਹੈ, ਹਾਂਜੀ ਹਾਂ ਤੁਸੀਂ ਸ਼ਾਇਦ ਸ਼ੇਅਰ ਕਰਿਆ, ਕੋਈ ਗੱਲ ਨਹੀਂ, ਆਈਲ ਚੈੱਕ ਇਟ ਐਂਡ ਦੈਨ ਆਈਲ ਟੈਲ ਯੂ। ਮੈਂ ਇੱਕ ਵਾਰ ਦੇਖ ਕੇ ਫਿਰ ਹਾਂਜੀ ਸਰ ਉਹਦਾ ਲਿਖਿਆ ਹੀ ਵਾਲਾ ਔਖਾ ਜਾਂਦਾ ਜੀ ਉਹਦੇ ਵਿੱਚ। ਹਾਂਜੀ ਤੁਹਾਡੀ ਆਵਾਜ਼ ਨਹੀਂ ਕਲੀਅਰ ਆਈ ਸਾਹਿਬ। ਜਿਹੜਾ ਫੋਨ ਵਾਲਾ ਨਹੀਂ ਹੈਗਾ ਹਾਂਜੀ ਸਰ, ਜਿਹੜਾ ਫੋਨ ਵਾਲਾ ਲਿੰਕ ਨਹੀਂ ਹੈ ਜੀ, ਹਾਂ ਹਾਂ ਤੇ ਉਹਦੇ ਵਿੱਚ ਤਾਂ ਲਿਖਿਆ ਹੀ ਵਾਲਾ ਔਖਾ ਜਾਂਦਾ ਜੀ। ਜੇ ਕਈ ਵਾਰ ਲਿਖਿਆ ਉਹੀ ਉੱਡ ਜਾਂਦਾ ਜੀ, ਬਾਹਲੀ ਸਪੀਡ ਤੇ ਲਿਖਣਾ ਪੈਂਦਾ ਜੀ, ਇੰਟ ਤਾਂ ਲਿਖਿਆ ਜਾਂਦਾ। ਬੱਚੇ ਇਹ ਪ੍ਰੋਬਲਮਸ ਤਾਂ ਆਉਣਗੀਆਂ ਹੁਣ ਥੋੜੀਆਂ ਬਹੁਤ। ਤੁਹਾਡੇ ਕੋਲ ਲੈਪਟਾਪ ਹੈ? ਲੋ ਲੈਪਟਾਪ ਕੱਲ ਮੈਂ ਫੜਾ ਕੇ ਆਇਆ ਜੀ, ਉਦੋਂ ਵਾਇਰਸ ਉਹਦੇ ਵਿੱਚ ਆਉਂਦਾ ਸੀ, ਵਿਜ਼ੂਅਲ ਸਟੂਡੀਓ ਖੁੱਲ ਨਹੀਂ ਸੀ ਰਿਹਾ ਜੀ, ਇਹਦਾ ਆਪਾਂ ਫਾਈਲ ਨੇਮ ਦੇ ਦਿੰਦੇ ਸੀਗੇ। ਓਕੇ ਕੋਈ ਨਹੀਂ, ਚਲੋ। ਹਾਂ ਤੁਹਾਡੀ ਆਵਾਜ਼ ਨਹੀਂ ਆਈ ਬੱਚੇ। ਹੈਲੋ ਮੁਸਕਾਨ, ਸਿਰਫ ਤੁਸੀਂ ਬੋਲੋ, ਮੁਸਕਾਨ ਬੋਲੋ, ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ ਬੱਚੇ। सर मेरे लैपटॉप में ओपन नहीं हो रहा विजुअल स्टूडियो। जो मैसेज आ रहा है मेरे साथ स्क्रीन शेयर करके दिखाना, देन आई सी क्या प्रॉब्लम है। हाँ जी अमृतपाल, तुसी भी कुछ कहना है?
मैसेज भी पा रहे हेलो हैं। हाँ जी, हाँ जी बच्चे बोलो। सर बोलो। मैं ਤੁਹਾਨੂੰ ਕੱਲ ਕਰੀ ਸੀ ਸਕਰੀਨ ਸ਼ੇਅਰ ਜੀ ਸਕਰੀਨ ਰਿਕਾਰਡਿੰਗ ਔਰ ਲੈਪਟਾਪ साहिब ਤੁਹਾਡੀ ਆਵਾਜ਼ ਕੱਟ ਰਹੀ ਹੈ, ਆ ਨਹੀਂ ਰਹੀ। ਚਲੋ ਸਰ ਕਲਾਸ ਤੇ ਪੁੱਛ ਲੂੰਗਾ ਜੀ। ओके ठीक है। ओके, सब तो पहला हम एरे देखते हैं। हम ਹਾਂਜੀ। एरे इज कलेक्शन ऑफ, मैं इथे लिख भी देना, कलेक्शन ऑफ होमोजीनियस एलिमेंट्स एरे ਨੂੰ अगर प्रॉपरली डिफाइन करना होए तो क्या है? पहला पॉइंट है, इट इज अ कलेक्शन ऑफ होमोजीनियस एलिमेंट्स referred by the same name, individual elements accessed using subscript या ਤੁਸੀਂ ਉਸ ਨੂੰ ਇੰਡੈਕਸ ਵੀ ਕਹਿ ਸਕਦੇ ਹੋ, right? All elements are stored contiguously. So there are four important points. सब तो पहला, it is a collection of homogeneous elements. दूसरा है, all the elements are referred by same name. Individual elements ਨੂੰ access ਕਰਨ ਲਈ ਅਸੀਂ subscript ਜਾਂ ਉਸ ਨੂੰ index ਵੀ ਕਹਿੰਦੇ ਆ, ਉਹ use ਕਰਦੇ ਹਾਂ. And all elements are stored contiguously in memory. Contiguously means ਇੱਕ ਤੋਂ ਬਾਅਦ ਇੱਕ store ਹੁੰਦੇ ਆ, ਇਕੱਠੇ ਹੀ store ਹੋ ਜਾਂਦੇ हैं memory ਦੇ ਵਿੱਚ। ਇਹ ਚੀਜ਼ clear है बच्चे? Yes, sir. Okay, now let's discuss it further. This is how we declare an array. कोई भी एक identifier name लो, square brackets use करो और उसके ਵਿੱਚ इसका size दे दो। हर एक चीज ਨੂੰ बहुत अच्छी तरह समझना, अगर कहीं confusion है, कोई चीज नहीं समझ आ रही तो मेरे ਨਾਲ हुणी डिस्कस करना। मैं ਤੁਹਾਨੂੰ ਦੱਸ ਰਿਹਾ कि ਆਈਡੈਂਟੀਫਾਇਰ ਦਾ ਨਾਮ ਦੇ ਕੇ ਸਕੁਅਰ ਬ੍ਰੈਕਟਸ ਦੇ ਵਿੱਚ ਅਸੀਂ ਉਸ ਦਾ ਸਾਈਜ਼ ਦੇ ਦਾਂਗੇ। ਇਹ ਜੋ ਵੈਲਿਊ ਤੁਸੀਂ ਇੱਥੇ ਲਿਖ ਰਹੇ ਹੋ ਉਹ ਉਸ ਦਾ ਸਾਈਜ਼ ਹੈ, ਉਸ ਦੀ ਸਬਸਕ੍ਰਿਪਟ ਦੀ ਰੇਂਜ ਨਹੀਂ ਹੈ। ਸਬਸਕ੍ਰਿਪਟ ਦੀ ਰੇਂਜ ਹੈ 0 to 9। इसका मतलब क्या है? अगर ਅਸੀਂ ਵੈਲਿਊਜ਼ ਰੀਡ ਕਰਨੀਆਂ ਹੁਣ ਐਰੇ ਨੂੰ ਰੀਡ ਕਿਵੇਂ ਕਰਨਾ ਹੈ ਉਹ ਵੀ ਦੇਖ ਲੈਂਦੇ ਆ। ਸਪੋਜ਼ ਆਪਾਂ ਇੱਕ ਵੇਰੀਏਬਲ ਹੋਰ ਲੈ ਲਿਆ n, ਜਿਸ ਦੇ ਥਰੂ ਅਸੀਂ ਲੂਪ ਚਲਾਵਾਂਗੇ। cout enter number of elements, cin n for integer I is equal to 0, I less than n, I plus plus, cout enter a value, cin ampersand a, sorry, a I। ਇਹ ਵੈਲਿਊਜ਼ ਰੀਡ ਹੋ ਜਾਣਗੀਆਂ। ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਇੱਥੇ ਹੀ ਚਾਹੇ ਪ੍ਰਿੰਟ ਕਰਾ ਲਓ, ਚਾਹੇ ਇਹਨੂੰ ਲੂਪ ਦੁਬਾਰਾ ਲਗਾ ਕੇ ਪ੍ਰਿੰਟ ਕਰਾ ਲਓ। let us print these values outside the loop. Okay, here we'll write ai tab ਦੇ ਨਾਲ ਉਹਨਾਂ ਦੀ spacing ਕਰ ਲਈ, and after that cout and so this is a very simple program of reading values of n values of an array and then printing those values। इसमें चला के देखते हैं। Suppose I want to enter 5 values, कोई भी random values enter कर दो। क्लियर है बच्चे? समझ आ रहे हैं? Yes, sir. ओके, पहली गल हुण जिहड़ी ये है, इसके कंटेक्स्ट में डिस्कस करते हैं। इट इज अ कलेक्शन ऑफ होमोजीनियस एलिमेंट्स। इसका मतलब है, लाइक हियर वी हैव डिक्लेयर्ड एन array, all the 10 values will be integer, सारियां दी सारियां इंटीजर होंगियां, होमोजीनियस एलिमेंट्स हैं इस करके। दे आर रेफर्ड बाय द सेम नेम, सारियां दा नाम ए है। इंडिविजुअल एलिमेंट्स एक्सेस्ड यूजिंग सबस्क्रिप्ट,
ਜਦੋਂ ਅਸੀਂ ਇਕੱਲੇ ਐਲੀਮੈਂਟ ਨੂੰ ਐਕਸੈਸ ਕਰਨਾ ਹੈ ਤਾਂ ਅਸੀਂ ਇੱਕ ਇੰਡੈਕਸ ਜਾਂ ਸਬਸਕ੍ਰਿਪਟ ਪ੍ਰੋਵਾਈਡ ਕਰਾਂਗੇ ਤਾਂ ਉਹ ਇੱਕ ਐਲੀਮੈਂਟ ਨੂੰ ਡਿਸਪਲੇ ਕਰੇਗਾ ਜਾਂ ਯੂਜ਼ ਕਰੇਗਾ। ਲਾਸਟ ਜੋ ਹੈ ਉਸ ਨੂੰ ਵੀ ਆਪਾਂ ਦੇਖਦੇ ਹਾਂ। all elements are stored contiguously in memory। contiguously means ਇੱਕ ਤੋਂ ਬਾਅਦ ਇੱਕ ਸਾਰੇ ਸਟੋਰ ਹੁੰਦੇ ਆ। ਆਪਾਂ ਇਸ ਨੂੰ ਵੀ ਇੱਥੇ ਪ੍ਰਿੰਟ ਕਰ ਲੈਂਦੇ ਹਾਂ। ਟੈਬ ਕਰਨ ਤੋਂ ਬਾਅਦ ਆਪਾਂ ਸਾਰਿਆਂ ਦਾ ਐਡਰੈਸ ਪ੍ਰਿੰਟ ਕਰਕੇ ਦੇਖ ਲੈਂਦੇ ਹਾਂ, then we'll get to know ਕਿ ਇੱਕ ਤੋਂ ਬਾਅਦ ਇੱਕ ਆ ਰਹੇ हैं ਜਾਂ ਨਹੀਂ ਆ ਰਹੇ। Okay, fine, let's do it again। let it be 6 32 45 कोई भी वैल्यू एंटर कर दो रैंडमली। ਹੁਣ ਇਹ ਵੈਲਿਊਜ਼ ਆ ਗਈਆਂ। ਇਹ ਜੋ ਐਡਰੈਸ ਹੈ, ਦਿਸ ਐਡਰੈਸ ਇਜ਼ ਇਨ ਹੈਕਸਾਡੈਸੀਮਲ। ਹੈਕਸਾਡੈਸੀਮਲ C ਦੇ ਵਿੱਚ ਤੁਸੀਂ ਅਗਰ 4 ਐਡ ਕਰੋਗੇ, ਬਿਕੋਜ਼ ਆਲ ਐਲੀਮੈਂਟਸ ਆਰ ਟਾਈਪ ਇੰਟੀਜਰ, ਔਰ ਹਰ ਇੱਕ ਇੰਟੀਜਰ ਐਲੀਮੈਂਟ 4 ਬਾਈਟਸ ਲਏਗਾ। ਸੋ ਇੱਕ ਦੇ ਵਿੱਚ 4 ਐਡ ਕਰਦੇ ਜਾਓਗੇ ਤਾਂ ਨੈਕਸਟ ਵੈਲਿਊਜ਼ ਆ ਜਾਣਗੀਆਂ। ਲਾਈਕ F0 ਚ 4 ਐਡ ਕੀਤਾ ਤਾਂ F4 ਬਣ ਗਿਆ। F4 ਦੇ ਵਿੱਚ 4 ਐਡ ਕਰੋਗੇ F8 ਬਣ ਜਾਏਗਾ। F8 ਚ 4 ਐਡ ਕਰੋਗੇ FC ਬਣ ਜਾਏਗਾ। FC ਚ ਐਡ ਕਰੋਗੇ 00 ਬਣ ਜਾਏਗਾ। So all these are 4 bytes apart from each other। They contiguously stored है memory ਦੇ ਵਿੱਚ। Is this thing clear बच्चे? Yes, sir. हाँ, which response देंदे ਰਿਹਾ ਕਰੋ, ਪਤਾ ਲੱਗਦਾ ਰਹੇ। Okay, now important thing is कि array ਨੂੰ use ਕਿੱਥੇ ਕਰਨਾ ਹੈ। This is something very important। For example, ਅਸੀਂ ਦੋ ਵੈਲਿਊਜ਼ ਦਾ ਸਮ ਕਰਨਾ ਹੈ। ਅਸੀਂ A, B ਦੋ ਵੈਲਿਊਜ਼ ਲੈ ਲਈਆਂ, C ਦੇ ਵਿੱਚ ਉਹਨਾਂ ਦਾ ਸਮ ਸਟੋਰ ਕਰਤਾ। ਫਿਰ ਐਰੇ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਦੋ ਵੈਲਿਊਜ਼ ਨੂੰ ਹੀ ਦਾ ਹੀ ਸਮ ਕਰਨਾ ਹੈ। ਠੀਕ, ਅਗਰ ਦੋ ਦੀ ਜਗ੍ਹਾ ਸਪੋਜ਼ ਯੂ ਹੈਵ ਟੂ ਫਾਈਂਡ ਸਮ ਆਫ ਸੇ 100 ਵੈਲਿਊਜ਼, ਫਿਰ ਐਰੇ ਦੀ ਜ਼ਰੂਰਤ ਹੈ ਐਨੀਬਡੀ? If we are to find sum of 100 values, do we need to use array? Yes, anybody? ਹਾਂਜੀ Okay, एक student ने किया। Yeah. Rajvinder is also saying yes। Anybody else? बच्चे हर चीज ਨੂੰ समझना है। Okay, मैंने कहा कि अगर 100 वैल्यूज ਦਾ ਸਮ ਕਰਨਾ ਹੈ ਤਾਂ ਐਰੇ ਦੀ ਜ਼ਰੂਰਤ ਹੈ। some of you are saying yes। let me tell you, ਕੋਈ ਜ਼ਰੂਰਤ ਨਹੀਂ ਹੈ ਐਰੇ ਦੀ। ਦੇਖੋ ਕਿਵੇਂ ਹੋ ਸਕਦਾ ਹੈ। ਤੁਸੀਂ ਇੱਕ n ਲੈ ਲਓ, that is total number of values। ਤੁਸੀਂ ਸਮ ਲੈ ਲਓ, ਇਸ ਨੂੰ ਇਨੀਸ਼ੀਅਲਾਈਜ਼ ਕਰ ਲਓ 0 ਨਾਲ। for okay, ਪਹਿਲਾਂ n ਦੀ ਵੈਲਿਊ ਰੀਡ ਕਰ ਲਓ। enter number of values। n ਦੀ ਵੈਲਿਊ ਨੂੰ ਰੀਡ ਕਰ ਲਓ। ਓਕੇ, ਉਸ ਤੋਂ ਬਾਅਦ for loop ਲਗਾਓ। integer I is equal to 0, I less than n, I plus plus। cout, enter a value, ਇੱਕ ਵੈਲਿਊ ਰੀਡ ਕਰੋ, right। cin a, ਸਮ ਦੇ ਵਿੱਚ ਇਸ ਨੂੰ ਐਡ ਕਰ ਦਿਓ। ਐਰੇ ਦੀ ਕਹਾਂ ਜ਼ਰੂਰਤ ਹੈ। ਆਊਟਸਾਈਡ ਦ ਲੂਪ ਤੁਸੀਂ ਸਮ ਨੂੰ ਪ੍ਰਿੰਟ ਕਰਵਾ ਲਓ। that's all। now let's run it। मैं 100 वैल्यूज ਤਾਂ नहीं एंटर करूंगा। let it be कि 10 वैल्यूज हैं, that doesn't matter। ਇਹਨਾਂ ਦਾ ਸਮ ਆ ਗਿਆ। ਹੁਣ ਉਹ ਚਾਹੇ 10 ਵੈल्यूज हैं, चाहे 100 वैल्यूज हैं, चाहे 1000 वैल्यूज हैं, doesn't matter। एरे ਦੀ ਤਾਂ ਜ਼ਰੂਰਤ नहीं है। now listen very very carefully कि एरे कहाँ यूज करना है। एरे ਅਸੀਂ ਉੱਥੇ यूज ਕਰਨਾ ਹੈ ਜਿੱਥੇ ਵੈਲਿਊਜ਼ ਮਲਟੀਪਲ ਵੈਲਿਊਜ਼ ਹੈ ਔਰ ਉਹਨਾਂ ਨੂੰ ਬਾਰ-ਬਾਰ यूज ਕਰਨਾ ਪੈ ਸਕਦਾ ਹੈ। ਰਿਪੀਟਡਲੀ ਅਗਰ ਉਹਨਾਂ ਨੂੰ यूज ਕਰਨਾ ਹੈ ਤਾਂ ਸਾਨੂੰ ਐਰੇ ਦੀ ਜ਼ਰੂਰਤ ਹੈ। ਲਾਈਕ ਇਸ ਕੇਸ ਦੇ ਵਿੱਚ ਜਹਾਂ ਅਸੀਂ ਸਿੰਪਲੀ ਵੈਲਿਊਜ਼ ਦਾ ਸਮ ਫਾਈਂਡ ਆਊਟ ਕਰਨਾ ਹੈ, ਉੱਥੇ ਐਰੇ ਦੀ ਜ਼ਰੂਰਤ ਹੀ ਨਹੀਂ ਹੈ। ਇੱਕ ਵੇਰੀਏਬਲ ਲਓ, ਉਸ ਦੇ ਵਿੱਚ ਵੈਲਿਊ ਨੂੰ ਰੀਡ ਕਰਦੇ ਰਹੋ, ਸਮ ਵਿੱਚ ਐਡ ਕਰਦੇ ਰਹੋ, ਦੈਟਸ ਆਲ। ਪਰ ਅਗਰ ਤੁਸੀਂ ਸਾਰਿਆਂ ਨੇ ਥੋੜਾ ਬਹੁਤ ਸਟੈਟਸ ਪੜ੍ਹਿਆ ਹੋਣਾ, ਉਸ ਦੇ ਵਿੱਚ ਆਉਂਦਾ ਹੁੰਦਾ ਹੈ ਮੀਨ ਡੈਵੀਏਸ਼ਨ।
किसी ਨੂੰ ਪਤਾ ਹੈ what are mean deviations? Anybody? Do you know what are mean deviations? Yes, anybody, what are mean Sir, deviations? sum of all values divide. हाँ जी बच्चे, हाँ ठीक है। Sir, sum of all values divided by number of values. वो तो बेटा मीन हो गया, उस तो बाद डेविएशंस भी फाइंड आउट करनी है ना कि सम जो मीन है उस तो वो वैल्यूज किन्नियां क डेविएट कर रही ने। देखो मैं तुहानू दसदा सिंपल है। सपोज असी कुछ वैल्यूज लीतियां 2 + 4 + 6 + 8 + 10, इन्हां दा सम कितना बन गया 30। टोटल नंबर ऑफ वैल्यूज किन्नियां है 5। इत्थे आपां लिख लेने आ सम हो गया 30। अगर उसको डिवाइड बाय 5 कर देंगे विल गेट मीन दैट इज 6। हुन डेविएशंस की आनगियां 6 - 2 4, 6 - 4 2, 6 - 6 is equal to 0, 6 - 8 is equal to 2। एब्सोल्यूट वैल्यूज लेनियां हैं, ओके। 6 - 10 is equal to 4। एब्सोल्यूट वैल्यूज लेके उन्हां दा सम फाइंड आउट कर लेना, इट इज 12 एंड डिवाइडेड बाय टोटल नंबर ऑफ वैल्यूज। सो ये मीन डेविएशंस आ गई हैं। हुन इस दे विच क्या है, इफ यू लुक एट इट केयरफुली, जो वैल्यूज असी यूज कीतियां सम फाइंड आउट करन लई, राइट 30 आ गया। उस तो बाद असी मीन फाइंड आउट किया, टोटल सम डिवाइडेड बाय टोटल नंबर ऑफ वैल्यूज विल गेट मीन। इस पॉइंट तक सानू एरे की जरूरत नहीं पेगी, क्योंकि असी वैल्यूज नू यूज करके सम कर लिया, सम नू डिवाइड बाय टोटल नंबर ऑफ वैल्यूज करके मीन कढ लिया। पर अगर असी इन्हां वैल्यूज दी डेविएशंस देखनी है मीन तो किन्नियां है, फिर उन्हां वैल्यूज की सानू दोबारा जरूरत पेगी। अगर दोबारा जरूरत पै रही है तो सानू वो एरे विच ही स्टोर करनी पेगी। ओके, अगर एरे स्टोर्ड है यू कैन यूज दोज वैल्यूज एनी नंबर ऑफ टाइम्स। सिमिलरली जहाँ कहीं सर्चिंग करनी है, कोई वैल्यू सर्च करनी है या वैल्यूज में सॉर्ट करना है, उत्थे एरे की जरूरत पेगी। सो कहाँ कहाँ एरे की जरूरत पेगी? रिपीटेड यूज ऑफ वैल्यूज, इसलिए एग्जांपल्स की हो गया सर्चिंग, सॉर्टिंग, और इट मे बी एनी अदर पर्पस, जिमें कि ਆਪਾਂ ਹੁਣੇ देखा मीन डेविएशन ਲਈ ਵੀ। ਸਿੰਪਲ अगर कोई वैल्यूज ਨੂੰ ਇੱਕ ਵਾਰ ਹੀ यूज करना है फिर ਉਹਦੇ ਲਈ ਐਰੇ ਦੀ ਜ਼ਰੂਰਤ ਨਹੀਂ ਹੈ, ਪਰ ਅਗਰ ਵੈल्यूज ਨੂੰ ਬਾਰ-ਬਾਰ यूज करना है रिपीटेडली फिर ਸਾਨੂੰ ਉਸ ਨੂੰ ਐਰੇ 'ਚ ਸਟੋਰ ਕਰਨ ਦੀ ਜ਼ਰੂਰਤ ਪਏਗੀ। इज दिस थिंग क्लियर टू ऑल ऑफ यू? ਸਰ ਇੱਕ ਵਾਰ ਰਿਪੀਟ ਕਰਿਓ ਜੀ। बेटा अगर ਤਾਂ ਵੈल्यूज ਨੂੰ ਸਿਰਫ ਇੱਕ ਵਾਰ ਹੀ यूज करना है, ਜਿਵੇਂ ਅਸੀਂ ਸਮ ਕਰਨ ਲਈ ਕਰ ਰਹੇ ਹਾਂ ਤਾਂ ਸਮ ਜਾਂ ਈਵਨ ਉਹਨਾਂ ਦੀ ਐਵਰੇਜ ਫਾਈਂਡ ਆਊਟ ਕਰਨੀ ਹੈ। ਇਸ ਕੇਸ ਦੇ ਵਿੱਚ what we are doing, we are using these values only once to find out sum, then we are dividing sum by total number of values to get mean or average। up to this point we don't need arrays क्योंकि values ਇੱਕ ਵਾਰ ਹੀ यूज ਹੋਈਆਂ ਹੈ। ਪਰ ਅਗਰ ਤੁਸੀਂ ਉਸ mean ਕੱਢਣ ਤੋਂ ਬਾਅਦ ਉਹਨੀਆਂ ਦੀ deviations ਕੱਢਣੀਆਂ ਹੈ ਕਿ values ਜਿਨ੍ਹਾਂ ਦਾ ਅਸੀਂ sum ਕੱਢ ਕੇ mean ਕੱਢਿਆ ਹੈ ਉਹ values ਆਪਣੇ mean ਤੋਂ ਕਿੰਨਾ deviate ਕਰ ਰਹੀਆਂ ਹੈ, ਫਿਰ ਉਹ values ਸਾਨੂੰ ਦੁਬਾਰਾ ਚਾਹੀਦੀਆਂ ਹੈ। ਹੁਣ या तो यूजर तो सारियां वैल्यूज दोबारा एंटर करवाओ विच इज़ नॉट फिजिबल, मुश्किल है वो, तो इसलिए बेटर होएगा कि उन्होंने वैल्यूज ਨੂੰ ਅਸੀਂ ਐਰੇ ਦੇ ਵਿੱਚ ਸਟੋਰ ਕਰ ਲਈਏ। ਸੋ ਦਿਸ ਇਜ਼ ਅ ਵੈਰੀ ਕਲਾਸਿਕਲ ਐਗਜ਼ਾਮਪਲ जहाँ वैल्यूज ਨੂੰ ਬਾਰ-ਬਾਰ यूज ਕਰਿਆ ਜਾ ਰਿਹਾ ਹੈ। ਸਿਮਿਲਰਲੀ ਹੋਰ ਕਿਹੜੇ ਕੇਸ ਹੋ ਸਕਦੇ ਹਨ जहाँ ਅਸੀਂ ਵੈल्यूज ਤੋਂ ਬਾਰ-ਬਾਰ ਕੋਈ ਵੈल्यू ਨੂੰ ਕਿਸੇ ਚੀਜ਼ ਨੂੰ ਸਰਚ ਕਰਨਾ ਹੈ ਜਾਂ ਅਸੀਂ ਕੁਝ ਵੈल्यूज ਲੈ ਲੀਆਂ ਫਿਰ ਉਹਨਾਂ ਨੂੰ ਅਰੇਂਜ ਕਰਨਾ ਹੈ ਅਸੈਂਡਿੰਗ ਜਾਂ ਡਿਸੈਂਡਿੰਗ ਆਰਡਰ ਦੇ ਵਿੱਚ। ਆਪਾਂ ਸਰਚਿੰਗ ਦੀ ਇੱਕ ਐਗਜ਼ਾਮਪਲ ਹੁਣ ਲੈਂਦੇ ਹਾਂ। ਸਰਚਿੰਗ ਜੋ ਹੈ ਇਟ ਇਜ਼ ਆਫ ਟੂ ਟਾਈਪਸ, ਲੀਨੀਅਰ ਐਂਡ ਬਾਇਨਰੀ। ਤੁਹਾਨੂੰ ਡੇਟਾ ਸਟਰਕਚਰਸ ਦੇ ਵਿੱਚ ਵੀ ਕਰਾਂਗੇ। ਆਪਾਂ ਪਹਿਲਾਂ ਲੀਨੀਅਰ ਸਰਚ ਕਰਦੇ ਹਾਂ। ਲੀਨੀਅਰ ਸਰਚ ਦਾ ਮਤਲਬ ਹੈ, ਲੈਟ ਮੀ ਜਸਟ ਟੈਲ ਯੂ, ਫਿਰ ਆਪਾਂ ਇਹਦਾ ਪ੍ਰੋਗਰਾਮ ਬਣਾਵਾਂਗੇ। ਲੀਨੀਅਰ ਸਰਚ ਕਿਵੇਂ ਹੈ? ਸਪੋਜ਼ ਤੁਹਾਡੇ ਕੋਲ ਕੁਝ ਰੈਂਡਮ ਵੈਲਿਊਜ਼ ਹੈ, ਕੋਈ ਵੀ ਵੈਲਿਊਜ਼ ਲੈ ਲਓ। Okay, now this is a list of values ਤੇ ਅਸੀਂ ਇਸ ਦੇ ਵਿੱਚ ਕੋਈ ਇੱਕ ਵੈਲਿਊ ਸਰਚ ਕਰਨੀ ਹੈ। let it be 56, is it there?
56 ਇਸ ਦੇ ਵਿੱਚ ਹੈ? No, sir. No, sir. No, sir. ਓਕੇ, ਤੁਸੀਂ ਕਿਸ ਤਰ੍ਹਾਂ ਕਰਿਆ ਹੋਣਾ, ਤੁਸੀਂ 56 ਨੂੰ ਇੱਕ ਵੈਲਿਊ ਦੇ ਨਾਲ ਕੰਪੇਅਰ ਕਰਿਆ ਹੋਣਾ। ਯੂਰ ਬ੍ਰੇਨ ਇਜ਼ ਸੋ ਵੈਲ ਟਿਊਨਡ, ਉਹ ਫਟਾਫਟ ਦੇਖ ਕੇ ਦੱਸ ਦੇਗਾ ਕਿ ਇਸ ਤੇ 56 ਨਹੀਂ ਹੈ। ਪਰ ਇੰਟਰਨਲੀ ਉਹ ਕਿਸ ਤਰ੍ਹਾਂ ਇੰਪਲੀਮੈਂਟ ਹੋ ਰਿਹਾ ਹੋਏਗਾ? ਇੰਟਰਨਲੀ ਕਿਸ ਤਰ੍ਹਾਂ ਇੰਪਲੀਮੈਂਟ ਕਰਾਂਗੇ ਅਸੀਂ? ਇੱਕ ਵੈਲਿਊ ਨੂੰ ਲੈ ਕੇ ਇੱਕ ਵੈਲਿਊ ਨੂੰ ਲੈ ਕੇ 56 ਦੇ ਨਾਲ ਕੰਪੇਅਰ ਕਰਾਂਗੇ। ਅਗਰ ਕੋਈ ਕहीं ਕੰਪੈਰੀਜ਼ਨ ਹੋ ਗਿਆ, ਮਿਲ ਗਈ ਤਾਂ ਠੀਕ ਹੈ, ਅਦਰਵਾਈਜ਼ ਵਿਲ ਟੈਲ ਕਿ ਐਲੀਮੈਂਟ ਨਹੀਂ ਮਿਲਿਆ। ਹੁਣ ਆਪਾਂ ਇਸ ਦੇ ਲਈ ਇੱਕ ਪ੍ਰੋਗਰਾਮ ਬਣਾਉਂਦੇ ਹਾਂ, ਪਰ ਉਸ ਤੋਂ ਵੀ ਪਹਿਲਾਂ ਲੀਨੀਅਰ ਸਰਚ ਦੇ ਪ੍ਰੋਗਰਾਮ ਤੋਂ ਪਹਿਲਾਂ ਇੱਕ ਹੋਰ ਬਹੁਤ ਇੰਪੋਰਟੈਂਟ ਕੰਸੈਪਟ ਕਰਨਾ ਹੈ ਆਪਾਂ, ਤਾਂ ਕਿ ਤੁਹਾਨੂੰ ਐਰੇਜ਼ ਦੇ ਪ੍ਰੋਗਰਾਮ ਬਣਾਉਣ 'ਚ ਜ਼ਿਆਦਾ ਮੁਸ਼ਕਿਲ ਨਾ ਆਏ। ਦੈਟ ਇਜ਼ ਐਰੇਜ਼ ਸਭ ਤੋਂ ਬੜੀ, ਜਦੋਂ ਐਰੇ ਦੇ ਪ੍ਰੋਗਰਾਮ ਬਣਾਉਂਦੇ ਹਾਂ ਤਾਂ ਸਭ ਤੋਂ ਬੜੀ ਜੋ ਪ੍ਰੋਬਲਮ ਹੈ ਉਹ ਆਉਂਦੀ ਹੈ ਕਿ ਵੈਲਿਊਜ਼ ਨੂੰ ਬਾਰ-ਬਾਰ ਐਂਟਰ ਕਰਨਾ ਪੈਂਦਾ ਹੈ। ਇਜ਼ ਦੈਟ ਟਰੂ ਔਰ ਨਾਟ? ਇੰਨੀ ਐਫਰਟ ਤੁਸੀਂ ਪ੍ਰੋਗਰਾਮ ਬਣਾਉਣ 'ਚ ਨਹੀਂ ਲਗਾਉਂਦੇ ਜਿੰਨੀ ਐਫਰਟ ਤੁਹਾਨੂੰ ਵੈਲਿਊਜ਼ ਨੂੰ ਐਂਟਰ ਕਰਨ 'ਚ ਲੱਗ ਜਾਂਦੀ ਹੈ। ਸੋ ਇਸ ਚੀਜ਼ ਨੂੰ ਅਵੋਇਡ ਕਰਨ ਲਈ ਆਪਾਂ ਕੀ ਕਰਾਂਗੇ? ਰੈਂਡਮ ਨੰਬਰ ਜਨਰੇਸ਼ਨ ਯੂਜ਼ ਕਰਾਂਗੇ। ਇਸ ਚੀਜ਼ ਨੂੰ ਬਹੁਤ ਅੱਛੀ ਤਰ੍ਹਾਂ ਸਮਝਣਾ ਹੈ, ਕਿਉਂਕਿ ਨੈਕਸਟ ਟਾਈਮ ਔਨਵਰਡਸ ਆਪਾਂ ਰੈਂਡਮ ਨੰਬਰ ਜਨਰੇਟਰ ਦੇ ਥਰੂ ਹੀ ਪ੍ਰੋਗਰਾਮਸ ਨੂੰ ਕਰਾਂਗੇ। ਓਕੇ, ਰੈਂਡਮ ਨੰਬਰ ਜਨਰੇਟਰ ਮੀਨਸ ਸਿਸਟਮ ਆਟੋਮੈਟਿਕਲੀ ਕੁਝ ਨੰਬਰਸ ਨੂੰ ਜਨਰੇਟ ਕਰੇਗਾ। ਮੈਂ ਤੁਹਾਨੂੰ ਦਿਖਾਣਾ ਹੈ ਕਿਸ ਤਰ੍ਹਾਂ ਕਰਦੇ ਹਾਂ। include stdlib.h header file include ਕਰ ਲਓ and ਅਸੀਂ ਇੱਕ integer array ਲੈਂਦੇ ਹਾਂ, let it be of 100 values। ਫਿਰ ਇਸ ਦੇ ਵਿੱਚ values randomly generate ਕਰਦੇ ਹਾਂ। integer I is equal to 0, I less than 100, I plus plus, AI ਇੱਥੇ generate ਕਰਦੇ ਹਾਂ is equal to rand modulus, ਕੋਈ ਵੀ ਵੈਲਿਊ ਲੈ ਲਓ, 1000 ਲੈ ਲੈਂਦੇ ਹਾਂ। ਚਲੋ, ਜੋ ਵੈਲਿਊ ਜਨਰੇਟ ਹੋ ਗਈ ਉਸਨੂੰ ਪ੍ਰਿੰਟ ਕਰਾ ਲੈਂਦੇ ਹਾਂ। and outside the loop let's write a and else statement। ਹੁਣ ਤੁਸੀਂ ਇੱਕ ਚੀਜ਼ ਦੇਖਣਾ ਕਿ ਇਸਦਾ ਇਫੈਕਟ ਕੀ ਹੋਏਗਾ। ਬਹੁਤ ਧਿਆਨ ਨਾਲ ਦੇਖਣਾ ਕਿ ਇਸਦਾ ਇਫੈਕਟ ਕੀ ਹੋਏਗਾ। let me run it। ਦੇਖੋ random values generate ਹੋਈਆਂ ਬੱਚੇ। can you see the random values generated here? Yes, sir. Yes, sir. ਇਸ ਦੇ ਵਿੱਚ ਇੱਕ ਇੰਪੋਰਟੈਂਟ ਚੀਜ਼ ਹੈ ਕਿ ਤੁਸੀਂ ਪਹਿਲੀਆਂ 2-3 ਵੈਲਿਊਜ਼ ਨੂੰ ਯਾਦ ਕਰ ਲਓ, 41, 467, 334 ਐਂਡ ਸੋ ਔਨ। ਚਲੋ ਇੱਕ ਵਾਰ ਫੇਰ ਜਨਰੇਟ ਕਰੋ। क्या ये अलग है कि सेम ही है? Same ही है, sir. सेम ही है। एक बार फिर जनरेट करके देखते हैं। देखो हुन ये भी सेम ही है। हुन प्रॉब्लम क्या है कि रैंडम वैल्यूज जनरेट हो रही हैं पर सेम वैल्यूज ही बार-बार जनरेट हो रही हैं, सेम सेट ऑफ वैल्यूज ही बार-बार जनरेट हो रही हैं। ठीक है, हुन एक बार फिर मैं तुहानू दस देना की करिया आपां, एक फंक्शन कॉल करिया है रैंडम रैंड। ये फंक्शन एक रैंडम वैल्यू जनरेट करेगा। ਆਪਾਂ ਜਦੋਂ ਮੋਡੂਲਸ 1000 ਕਰਤਾ ਇਹਦਾ ਮਤਲਬ 0 ਤੋਂ ਲੈ ਕੇ 999 ਤੱਕ ਦੀਆਂ ਵੈਲਿਊਜ਼ ਜਨਰੇਟ ਕਰੇਗਾ। ਅਗਰ ਮੈਂ ਇਸ ਨੂੰ 1 0 ਹਟਾ ਦਾਂ ਤਾਂ ਇਹ 99 ਤੱਕ ਦੀਆਂ ਵੈਲਿਊਜ਼ ਜਨਰੇਟ ਕਰੇਗਾ। ਐਜ਼ ਯੂ ਕੈਨ ਸੀ, ਲੈਟਸ ਰਨ ਇਟ ਵਾਂਸ ਅਗੇਨ। ਇਹ ਦੇਖੋ ਹੁਣ ਇਹ 99 ਤੱਕ ਦੀਆਂ ਵੈਲਿਊਜ਼ ਜਨਰੇਟ ਕਰ ਰਿਹਾ ਹੈ। 41 67 34 0। फिर देखो फिर चलाओ 41 67 34 0। हर बार सेम वैल्यूज आ रही हैं। अगर तुसी चाहते हो कि ये वैल्यूज डिफरेंट आन तो इसका एक रैंड एस रैंड जनरेट करना पड़ेगा। इस कोई पैरामीटर पास करना पड़ेगा। लेट्स से 1, लेट्स से 1। हुन देखो कोई फर्क पेगा? कोई फर्क नहीं पिया, हले भी वैल्यूज सेम आ रही हैं। पहलियां 3-4 वैल्यूज तो ही पता लग जाएगा। इस वैल्यू ਨੂੰ मैं चेंज कर देना, एस रैंड 2 करता। ਹੁਣ ਦੇਖਦੇ ਹਾਂ ਕੋਈ ਫਰਕ ਪਿਆ। Is there any difference now? Difference ਹੈ ਨਾ ਹੁਣ values ਦਾ? Yes, sir. Yes, sir. Okay, ਇੱਕ ਵਾਰ ਫੇਰ ਚਲਾਓ। Sir. ਹੁਣ ਫੇਰ ਸੇਮ ਆ ਗਈਆਂ ਕਿਉਂਕਿ ਅਸੀਂ ਜੋ ਸੀਡ ਵੈਲਿਊ ਹੈ, ਐਸ ਰੈਂਡ ਦਾ ਮਤਲਬ ਹੈ ਅਸੀਂ ਇੱਕ ਰੈਂਡਮ ਵੈਲਿਊ ਜਨਰੇਟ ਕਰਨ ਲਈ ਉਸਦਾ ਸੀਡ ਕ੍ਰੀਏਟ ਕਰਨਾ ਹੈ।
ਹਰ ਵਾਰ ਅਗਰ ਤੁਸੀਂ 2 ਨੂੰ ਹੀ ਯੂਜ਼ ਕਰੋਗੇ ਜਾਂ ਇੱਕੋ ਹੀ ਵੈਲਿਊ ਯੂਜ਼ ਕਰੋਗੇ, ਲੈਟ ਇਟ ਬੀ 10, ਲੈਟ ਇਟ ਬੀ ਜਸਟ 10, ਓਕੇ। ਅਗਰ 10 ਹੈ, ਹਰ ਵਾਰ ਸੇਮ ਵੈਲਿਊਜ਼ ਫਿਰ ਉਹੀ ਜਨਰੇਟ ਹੋ ਰਹੀਆਂ, ਪ੍ਰੋਬਲਮ ਸਾਡੀ ਉੱਥੇ ਦੀ ਉੱਥੇ ਹੀ ਰਹੇਗੀ। 71 99 72 ਇਸ ਨੂੰ ਫਿਰ ਰਨ ਕਰੋ, 71 99 72 ਹਰ ਵਾਰ ਸੇਮ ਵੈਲਿਊਜ਼ ही जनरेट हो रही हैं, मतलब रैंडम वैल्यूज जनरेट हो रही हैं पर उस सेम सेट ऑफ वैल्यूज हैं, हर बार चेंज नहीं हो रहा। अगर असं ये चाहते हैं कि हर बार चेंज होए, फिर क्या करना पड़ेगा, कोई दस सकता है कि ऑटोमेटिकली हर बार चेंज हो क्या, कोई दस सकता है बच्चे? सर एस रैंड की वैल्यू चेंज करते रहेंगे। बेटा हमने हर बार प्रोग्राम ओपन नहीं ना करना कि हर बार प्रोग्राम ओपन करके वैल्यू चेंज करेंगे, फिर तो गलत हो गया। कैन बी ऑटोमेटेड कि बस प्रोग्राम हर बार सिर्फ चला रहे हैं, वैल्यूज डिफरेंट आ रही हैं, ऐसा कुछ हो सकता है? अप्लाई योर माइंड। जो दिमाग है ना, उसकी एक बड़ी खास बात है कि जितना उसको यूज करोगे उतना वो बढ़िया होगा। द मोर यू विल यूज योर ब्रेन द बेटर इट विल बी। यूज करो ब्रेन, क्या करना होगा, क्या हो सकता है? ਆਟੋ ਕੀਵਰਡ ਤਾਂ ਨਹੀਂ ਲੱਗਦਾ ਜੀ? हाँ जी, नहीं बेटा ऑटो कीवर्ड नहीं लगता, नहीं नहीं। ਸਰ ਆਪਾਂ ਸ਼ਫਲ ਫੰਕਸ਼ਨ ਯੂਜ਼ ਕਰ ਸਕਦੇ ਹਾਂ? बेटे शफल फंक्शन है नहीं इसके विच कोई। ਓਕੇ मैं दो अलग अलग टाइम ते दो अलग अलग वार प्रोग्राम चलाया, ठीक है। पहला फर्स्ट टाइम हुन चलाया, थोड़ी देर बाद फिर चलाया। उन्हां दोनों प्रोग्राम एग्जीक्यूशन दे विच ऐसा क्या है जिहड़ा बदल गया? टाइम होएगा ना, हो टाइम बदल जाएगा। इज दैट ट्रू? यस सर। टाइम तो हर बार चेंज होता रहेगा ना, तो आप ऐसा कुछ कर लेने हैं कि इस दे विच टाइम यूज हो जाए। ये सिंटैक्स तुसी याद कर लईओ, अनसाइन इसके लिए असी एक हेडर फाइल भी यूज कर लांगे time.h। ਅਸੀਂ ਕੀ ਕੀਤਾ, ਇਸ ਨੂੰ ਧਿਆਨ ਨਾਲ ਸਮਝਣਾ, ਇਹਦਾ ਮੀਨਿੰਗ क्या है। ਜਦੋਂ ਤੁਸੀਂ ਟਾਈਮ ਨਲ ਫੰਕਸ਼ਨ ਲਿਖੋਗੇ ਤਾਂ ਤੁਹਾਨੂੰ ਉਹ ਕਰੰਟ ਟਾਈਮ ਦੇਗਾ, ਉਸ ਕਰੰਟ ਟਾਈਮ ਨੂੰ ਅਸੀਂ ਅਨਸਾਈਨਡ ਇੰਟੀਜਰ ਦੇ ਵਿੱਚ ਕਨਵਰਟ ਕਰਤਾ। ਸੋ क्या है, ਇੱਕ ਵਾਰ ਤੁਸੀਂ ਪ੍ਰੋਗਰਾਮ ਚਲਾਇਆ, ਟਾਈਮ ਡਿਫਰੈਂਟ ਹੋਏਗਾ, ਸੈਕੰਡ ਟਾਈਮ ਪ੍ਰੋਗਰਾਮ ਚਲਾਓਗੇ ਟਾਈਮ ਡਿਫਰੈਂਟ ਹੋਏਗਾ। ਇਹਦਾ ਮਤਲਬ ਜਿਹੜਾ ਤੁਹਾਡਾ ਸੀਡ ਵੈਲਿਊ ਹੈ ਉਹ ਹਰ ਵਾਰ ਚੇਂਜ ਹੋ ਰਹੀ ਹੈ। ਆਪਾਂ ਇਸ ਨੂੰ ਇੱਕ ਵਾਰ ਟਰਾਈ ਕਰਕੇ ਦੇਖਦੇ ਹਾਂ ਕਿ ਠੀਕ ਚੱਲ ਰਿਹਾ ਹੈ ਜਾਂ ਨਹੀਂ। 39 45 to 66 second time values are different, right? ठीक है बच्चे? यस Yes, सर। हाँ, हर बार वैल्यूज डिफरेंट आ रही हैं, हर बार वैल्यूज डिफरेंट आएंगी। यू कैन रन इट एनी नंबर ऑफ टाइम्स, वैल्यूज डिफरेंट आएंगी। ओके, हुन इसी नु यूज करके लेट मी रिड्यूस इट टू 10, जस्ट 10। इसी नु यूज करके आप लीनियर सर्च करना है, सम वैल्यू x। एक बार ਅਸੀਂ रैंडम वैल्यूज जनरेट कर लिया, ਇੱਥੇ ਲਿਖ ਦਿੰਦੇ ਆ cout random values generated are, ਇੱਥੇ random values generate होकर डिस्प्ले हो जाएंगी। cout enter the number to be searched, जो नंबर सर्च करना है वो एंटर करावांगे। हमने ਤੁਹਾਨੂੰ ਕੀ ਦੱਸਿਆ ਸੀਗਾ, ਇੱਥੇ ਆ ਜਾਂਦੇ ਆ ਫਿਰ। ਸਪੋਜ਼ ਇਹ ਰੈਂਡਮ ਵੈਲਿਊਜ਼ ਜਨਰੇਟਡ ਹੈ, ਇਸ ਦੇ ਵਿੱਚ ਕੋਈ ਨੰਬਰ ਅਸੀਂ ਸਰਚ ਕਰਨਾ ਹੈ, ਅਸੀਂ ਉਸ ਨੂੰ ਇੱਕ ਇੱਕ ਨਾਲ ਕੰਪੇਅਰ ਕਰਾਂਗੇ। ਜਹਾਂ ਕੰਪੈਰੀਜ਼ਨ ਆ ਗਿਆ, ਜਹਾਂ ਕੰਪੇਅਰ ਹੋ ਗਈਆਂ, ਇਕੁਅਲ ਵੈਲਿਊਜ਼ ਹੋ ਗਈਆਂ, ਉੱਥੇ ਅਸੀਂ ਲੂਪ ਨੂੰ ਰੋਕ ਦਾਂਗੇ। ਸੋ ਲੈਟਸ ਰਾਈਟ ਅ ਲੂਪ ਅਗੇਨ ਫॉर integer I is equal to 0, I less than 10, I plus plus, if AI is equal to X। AI क्या है? AI ਦੇ ਥਰੂ ਅਸੀਂ ਇੱਕ ਇੱਕ ਵੈਲਿਊ ਨੂੰ ਯੂਜ਼ ਕਰਾਂਗੇ, ਉਸ ਨੂੰ ਫਿਰ X ਨਾਲ ਕੰਪੇਅਰ ਕਰਾਂਗੇ। ਵਿਲ ਪੁੱਟ ਅ ਬ੍ਰੇਕ ਹੇਅਰ, इसका मतलब है कि वैल्यू मिल गई, ठीक है। वंस अगेन इस चीज ਨੂੰ बहुत ध्यान ਨਾਲ समझना है, बहुत सिंपल पर समझना फिर भी। जहां वैल्यूज मिल गईਆਂ, ਇਕੁਅਲ ਹੋ ਗਈਆਂ, ਉੱਥੇ ਅਸੀਂ ਬ੍ਰੇਕ ਕਰਤਾ। ਬ੍ਰੇਕ ਅਪ ਸਟੇਟਮੈਂਟ ਆਪਾਂ ਇੱਕ ਦੋ ਦਿਨ ਪਹਿਲਾਂ ਕਰੀ ਸੀ। ਬ੍ਰੇਕ ਨਾਲ क्या होएगा, ਇਹ ਲੂਪ बाहर, लूप तो बाहर आ जाएगा, राइट, इट विल कम आउट ऑफ द लूप।
ਇਸ ਦੇ ਲਈ ਕਿਉਂਕਿ ਅਸੀਂ i ਨੂੰ ਯੂਜ਼ ਕਰਨਾ ਹੋਏਗਾ i ਨੂੰ ਉੱਪਰ ਡਿਕਲੇਅਰ ਕਰ ਦਿੰਦੇ ਹਾਂ ਓਕੇ ਓਕੇ ਹੁਣ ਕਿਆ ਹੋਇਆ ਅਗਰ ਲੂਪ ब्रेक हो गई अगर इस रीजन करके ब्रेक हो रही है देन दैट इज एबनॉर्मल टर्मिनेशन ऑफ लूप अगर वो कंडीशन फॉल्स होने करके ब्रेक हो रही है खत्म हो रही है तो वो नॉर्मल टर्मिनेशन है पर ਅਸੀਂ ਕਦੋਂ ਬ੍ਰੇਕ ਕਰ ਰਹੇ ਹਾਂ ਜਦੋਂ ਸਾਨੂੰ ਉਹ ਐਲੀਮੈਂਟ ਮਿਲ ਗਿਆ ਸੋ ਇਫ ਜਦੋਂ ਐਬਨੋਰਮਲ ਟਰਮੀਨੇਟ ਹੋਏਗੀ ਤਾਂ ਇਹ ਕੰਡੀਸ਼ਨ ਕਦੇ ਵੀ ਫਾਲਸ ਨਹੀਂ ਹੋਏਗੀ ਇਹ ਟਰੂ ਹੀ ਰਹੇਗੀ ਇਫ I is less than 10 see out found at location I else see out not found अगर I greater than or equal to 10 ਹੋ ਗਿਆ ਇਹਦਾ ਮਤਲਬ ਸਾਡੀ ਇਹ ਸਟੇਟਮੈਂਟ ਕਦੇ ਵੀ ਟਰੂ ਨਹੀਂ ਹੋਈ ਸਾਨੂੰ ਉਹ ਐਲੀਮੈਂਟ ਮਿਲਿਆ ਹੀ ਨਹੀਂ ਇਸ ਕਰਕੇ ਉਹ ਲਿਖੇਗਾ not found ਇਸ ਨੂੰ ਚਲਾ ਕੇ ਦੇਖਦੇ ਹਾਂ so these are the random values generated so ਇੱਕ ਮਿੰਟ ਰੁਕੋ ਇਸ ਨੂੰ ਥੋੜਾ ਚੇਂਜ ਕਰਦੇ ਹਾਂ ਆਪਾਂ random ਵੀ 10 ਕਰਤਾ ਇਸ ਨੂੰ 100 ਰੱਖਦੇ ਹਾਂ ਤਾਂ ਕਿ ਉਹ 99 ਤੱਕ ਦੀਆਂ ਵੈਲਿਊਜ਼ ਨੂੰ ਜਨਰੇਟ ਕਰੇ so these are the values ਇੱਕ ਵਾਰ ਫਿਰ ਠੀਕ ਕਰਦੇ ਹਾਂ ਰੁਕੋ wait a minute ਇੱਥੇ ਸਲੈਸ਼ n ਪਾ ਦਿੰਦੇ ਹਾਂ ਤਾਂ ਕਿ ਕਲੀਅਰ ਹੋ ਜਾਏ okay these are the random values generated suppose ਅਸੀਂ 25 ਇਸ ਦੇ ਵਿੱਚ ਸਰਚ ਕਰਨਾ ਹੈ 25 ਹੈ ਇਸ ਦੇ ਵਿੱਚ ਇਸ ਐਰੇ ਵਿੱਚ 25 ਹੈ No, it's sir. not there so it is saying not found ਫਿਰ ਚਲਾਉਂਦੇ ਹਾਂ ਅਸੀਂ ਹੁਣ ਕੋਈ ਐਸਾ ਐਲੀਮੈਂਟ ਐਂਟਰ ਕਰਦੇ ਹਾਂ ਜਿਹੜਾ ਐਗਜ਼ਿਸਟ ਕਰ ਰਿਹਾ ਫੋਰ ਐਗਜ਼ਾਮਪਲ 31 ਹੈ ਐਰੇ ਦੇ ਵਿੱਚ so Yes, sir. it will say found at location 6 Yes, sir. what will happen in this case ਉਹ ਇੱਥੋਂ ਕੰਪੇਅਰ ਕਰਨਾ ਸ਼ੁਰੂ ਕਰੇਗਾ 36 16 ਐਂਡ ਸੋ ਔਨ 31 ਤੇ ਆ ਕੇ ਦੋਨੋਂ ਇਕੁਅਲ ਹੋ ਗਏ ਜਦੋਂ ਇਕੁਅਲ ਹੋ ਜਾਣਗੇ ਲੁੱਕ ਐਟ ਦ ਲੂਪ ਜਦੋਂ ਉਹ ਇਕੁਅਲ ਹੋ ਗਏ ਤਾਂ ਇਹ ਬ੍ਰੇਕ ਕਰ ਜਾਏਗਾ ਉਸ ਟਾਈਮ i ਦੀ ਵੈਲਿਊ ਲੈਸ ਦੈਨ 10 ਹੀ ਹੋਏਗੀ ਜਦੋਂ ਬ੍ਰੇਕ ਕਰ ਗਿਆ ਇੱਥੇ ਆ ਜਾਏਗਾ ਕਿਉਂਕਿ i ਦੀ ਵੈਲਿਊ ਲੈਸ ਦੈਨ 10 ਹੈ ਇਟ ਮੀਨਸ ਇਟ ਇਜ਼ ਫਾਊਂਡ ਐਟ ਲੋਕੇਸ਼ਨ i ਅਗਰ i ਦੀ ਵੈਲਿਊ ਇਕੁਅਲ ਟੂ 10 ਹੋ ਗਈ ਇਟ ਮੀਨਸ ਇਟ ਇਜ਼ ਨਾਟ ਫਾਊਂਡ ਇਟਸ ਅ ਵੈਰੀ ਸਿੰਪਲ ਪ੍ਰੋਗਰਾਮ ਇਸ ਨੂੰ ਕਰਨਾ ਅੱਛਾ ਅੱਜ ਕਲਾਸ ਜ਼ਿਆਦਾ ਬੜੀ ਨਹੀਂ ਹੋਏਗੀ 40 ਮਿੰਟਸ ਤੱਕ ਹੀ ਲਿਮਿਟ ਕਰਾਂਗੇ ਮੈਨੂੰ ਇੱਕ ਗੱਲ ਹੋਰ ਦੱਸੋ ਹੁਣ ਫਿਰ ਉਹੀ ਹੈ ਥੋੜਾ ਜਿਹਾ ਦਿਮਾਗ ਲਗਾਉਣਾ ਪਏਗਾ ਹੋਰ ਕੁਝ ਨਹੀਂ ਹੈ ਮੈਂ ਇਸ ਪਾਰਟ ਨੂੰ ਰਿਮੂਵ ਕਰ ਦਿੰਦਾ ਤੁਸੀਂ ਇੱਕ ਵਾਰ ਫੇਰ ਕੰਸੈਂਟਰੇਟ ਕਰਨਾ ਕਿ ਰੈਂਡਮ ਵੈਲਿਊਜ਼ ਕਿਵੇਂ ਜਨਰੇਟ ਹੋ ਰਹੀਆਂ ਰਾਈਟ ਇਹ ਦੇਖੋ ਰੈਂਡਮ ਵੈਲਿਊਜ਼ ਜਨਰੇਟ ਹੋ ਗਈਆਂ ਆਈ ਟੋਲਡ ਯੂ ਕਿ ਅਗਰ ਇੱਥੇ ਜੋ ਵੈਲਿਊ ਤੁਸੀਂ ਲਿਖ ਰਹੇ ਹੋ ਮੋਡੂਲਸ ਜਿਸ ਦੇ ਨਾਲ ਪਰਫਾਰਮ ਕਰ ਰਹੇ ਹੋ ਉਸ ਤੋਂ ਇੱਕ ਘੱਟ ਤੱਕ ਇਹ ਰੈਂਡਮ ਵੈਲਿਊਜ਼ ਜਨਰੇਟ ਹੋਣਗੀਆਂ ਰਾਈਟ once again have a look so ਇਹ ਰੈਂਡਮ ਵੈਲਿਊਜ਼ 0 to 99 ਦੇ ਵਿੱਚ ਕੋਈ ਵੀ ਰੈਂਡਮਲੀ ਜਨਰੇਟ ਹੋ ਜਾਣਗੀਆਂ ਸਪੋਜ਼ ਹੁਣ ਮੈਂ ਜਨਰੇਟ ਕਰਨਾ ਹੈ 1000 ਤੋਂ ਲੈ ਕੇ 2000 ਤੱਕ ਦੀਆਂ ਵੈਲਿਊਜ਼ ਫਿਰ ਕੀ ਕਰਾਂਗੇ ਐਨੀਬਡੀ ਅਸੀਂ 1000 ਤੋਂ ਲੈ ਕੇ 2000 ਤੱਕ ਦੀਆਂ ਵੈਲਿਊਜ਼ ਨੂੰ ਜਨਰੇਟ ਕਰਨਾ ਹੈ ਜਾਂ 1999 ਤੱਕ ਦੀਆਂ ਵੈਲਿਊਜ਼ ਨੂੰ ਜਨਰੇਟ ਕਰਨਾ ਹੈ ਫਿਰ ਕੀ ਕਰਾਂਗੇ ਐਨੀਬਡੀ ਪਲੀਜ਼ ਬੋਲੋ I'm waiting for your response. ਹਾਂਜੀ ਬੱਚੇ ਕੀ ਕਰਾਂਗੇ ਫਿਰ ਸਰ Anybody? ਇੱਥੇ ਬ੍ਰੈਕਟ ਪਾ ਕੇ 1000, 2000 ਲਿਖ ਦਾਂਗੇ ਤਾਂ ਰੇਂਜ ਬਣ ਜਾਏਗੀ ਨਹੀਂ ਐਸਾ ਨਹੀਂ ਹੁੰਦਾ ਜੀ ਐਸਾ ਨਹੀਂ ਹੈ ਇਸ ਦਾ ਸਿੰਟੈਕਸ ਐਸਾ ਨਹੀਂ ਹੈ ਕਿ ਤੁਸੀਂ ਰੇਂਜ ਇਸ ਤਰ੍ਹਾਂ ਡਿਫਾਈਨ ਕਰ ਸਕੋ Anybody else? ਸਰ ਕੰਡੀਸ਼ਨ ਨਹੀਂ ਲੱਗਣੀ ਹੈਗੀ ਕੋਈ ਜੀ ਵੀ ਜਿਹੜੇ ਆਪਣਾ ਮੋਡੂਲਸ ਆਵੇ 1000 ਤੇ 2000 ਦੇ ਵਿੱਚ ਆਵੇ ਜੀ ਐਸਾ ਕੋਈ ਕੰਡੀਸ਼ਨ ਨਹੀਂ ਲੱਗ ਸਕਦੀ ਜੋ ਕੁਝ ਹੈ ਤੁਹਾਡੇ ਸਾਹਮਣੇ ਹੈ ਇਸ ਦੇ ਵਿੱਚ ਚੇਂਜ ਕਰਨਾ ਹੈ ਕੰਡੀਸ਼ਨ ਲਗਾਉਣ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ ਬੱਚੇ ਤੁਸੀਂ ਐਲਗੋਰਿਦਮ ਐਸੇ ਬਣਾ ਸਕਦੇ ਹੋ ਜਿਸ ਦੇ ਨਾਲ ਕੋਈ ਕੰਡੀਸ਼ਨ ਲੱਗ ਜਾਏ ਜਾਂ ਕੁਝ ਹੋਰ ਹੋ ਜਾਏ ਪਰ ਉਸ ਤਰ੍ਹਾਂ ਨਹੀਂ ਕਰਨਾ ਬਹੁਤ ਸਿੰਪਲ ਤਰੀਕਾ ਹੈ ਸੋਚ ਕੇ ਦੇਖੋ ਥੋੜਾ ਹੋਰ ਦਿਮਾਗ ਲਗਾਓ ਕਿਸ ਤਰ੍ਹਾਂ ਹੋ ਸਕਦਾ ਹੈ ਵੀ ਆਰ ਰਨਿੰਗ ਸ਼ਾਰਟ ਆਫ ਟਾਈਮ फटाफट करो सर मल्टीप्लिकेशन कहाँ करेंगे मल्टीप्लाई सर टाइम के साथ साथ मल्टीप्लाई होती रहे हमारी वैल्यूज
नहीं 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 नो। चलो अभी मैं बताता हूँ, फिर आप देखना। अगर हम इसको करें 1000 प्लस रैंडम वैल्यूज अप टू 1000, सॉरी अप टू 2000, तो क्या होगा? या इसको 1000 भी कर लो, डजेंट मैटर। अभी देखो क्या जनरेट कर रहा है। जो रेंज हमें चाहिए थे उस रेंज में है वैल्यूज। Yes, Yes, sir. व्हाट आई हैड आस्क्ड यू कि हमें 1000 से लेकर 1999 तक वैल्यूज जनरेट करनी है। सो बेसिकली हाउ मेनी टोटल वैल्यूज आर देयर? 9000, सॉरी 999। सो इट मींस जो हमने मॉडुलस करना है वो तो 1000 ही होगा। स्टार्ट कहाँ से हो रही है? 1000 से, राइट? 1000 से स्टार्ट हो रही है, तो यहाँ पे हम 1000 ऐड कर देंगे here, ओके। अभी अगर ये क्लास ऑफ हुई तो रिकनेक्ट नहीं करना, इतनी ही क्लास होगी आज। सिमिलरली अगर 10,000 करनी है तो उसके अकॉर्डिंगली चल जाएगा। हैव अ लुक, ये 10,000 टू 19,999 तक की वैल्यूज जनरेट करेगा। इज इट क्लियर बच्चों? yes, sir. Yes, sir. इट्स सिंपल ऑल्सो, इट्स सिंपल ऑल्सो। अभी मैं व्हाट्सएप पे आपको एक दो असाइनमेंट्स दूंगा इसकी, वो सबने करनी है। एंड आई विल ऑल्सो टेल यू हाउ टू शेयर